प्यारे विद्यार्थियों, मैं सुखदीप कौर ਤੁਹਾਡੀ ਪੰਜਾਬੀ ਦੀ ਅਧਿਆਪਕ। ਅੱਜ ਮੈਂ ਤੁਹਾਨੂੰ 8ਵੀਂ ਜਮਾਤ ਦੀ ਪੰਜਾਬੀ ਪੁਸਤਕ ਵਿੱਚੋਂ ਇਸ ਦਾ ਪਾਠ ਨੰਬਰ 20 ਜਿਸ ਦਾ ਨਾਮ ਹੈ ਛੱਲੀਆਂ ਦੇ ਰਾਖੀ, ਜੋ ਕਿ ਇੱਕ ਕਹਾਣੀ ਹੈ ਜਿਹੜੀ ਡਾਕਟਰ ਗੁਰਮੀਤ ਬੈਦਵਾਨ ਦੁਆਰਾ ਲਿਖੀ ਗਈ ਹੈ। ਇਹ ਕਰਵਾਉਣ ਜਾ ਰਹੀ ਹੈ ਇਸ ਦਾ ਸਾਰ ਅਤੇ ਪ੍ਰਸ਼ਨ ਉੱਤਰ। ਸਭ ਤੋਂ ਪਹਿਲਾਂ ਅਸੀਂ ਇਸ ਦੇ ਔਖੇ ਸ਼ਬਦਾਂ ਦੇ ਅਰਥ ਕਰਾਂਗੇ। ਝੜੀ ਲੱਗ ਜਾਣੀ, ਲਗਾਤਾਰ ਮੀਂਹ ਪੈਂਦੇ ਰਹਿਣਾ, ਜਲ ਥਲ ਹੋਣਾ, ਸਭ ਪਾਸੇ ਪਾਣੀ ਹੀ ਪਾਣੀ ਹੋ ਜਾਣਾ। ਚੋਗਾ ਮਤਲਬ ਕਿ ਖੁਰਾਕ। ਬਾਰਿਸ਼ ਮੀਂਹ। ਹੱਲੇ ਕਰ ਕਰ ਆਉਂਦੀ, ਹਮਲਾ ਕਰਨ ਆਉਂਦੀ, ਫਰੋਲਾ ਫਰੋਲੀ ਕਰਨਾ, ਚੀਜ਼ਾਂ ਨੂੰ ਫਰੋਲਣਾ। ਅੱਖ ਦੇ ਫੇਰ ਵਿੱਚ, ਅੱਖ ਝਪਕਦੇ ਹੀ। ਹੜਾਤ ਹੜਾਤ ਕਰਨਾ ਮਤਲਬ ਕਿ ਪੰਛੀਆਂ ਨੂੰ ਉਡਾਉਣ ਲਈ ਉੱਚੀ ਆਵਾਜ਼ ਵਿੱਚ ਬੋਲੇ ਗਏ ਸ਼ਬਦ। ਚੁੰਡ ਲੈਣਗੇ ਖਾ ਜਾਣਗੇ, ਸਿਲਸਿਲਾ ਲੜੀ ਜਾਂ ਰੁਝਾਨ। ਨਿਗਰਾਨੀ ਕਰਨੀ, ਰਾਖੀ ਜਾਂ ਦੇਖਭਾਲ ਕਰਨੀ। ਮਣਾ ਖੇਤ ਵਿੱਚ ਰਾਖੀ ਕਰਨ ਲਈ ਬਣਾਈ ਗਈ ਉੱਚੀ ਜਿਹੀ ਥਾਂ। ਝੁੰਮ ਮਾਰਨਾ, ਬੁੱਕਲ ਮਾਰਨਾ, ਗੁੜੁੱਚ ਹੋਣਾ, ਗਿੱਲੇ ਹੋਣਾ, ਝੰਬ ਕੇ ਰੱਖ ਦੇਣਾ, ਸਰੀਰਕ ਕਸ਼ਟ ਮਿਲਣਾ। ਉੱਕਾ ਹੀ ਮਤਲਬ ਕਿ ਬਿਲਕੁਲ ਹੀ। ਗੋਪੀਆਂ ਪੰਛੀ ਉਡਾਉਣ ਲਈ ਬਣੀ ਹੋਈ ਜਾਲੀਦਾਰ ਰੱਸੀ। ਬੁੱਲਿਆਂ ਨਾਲ, ਝੌਂਕਿਆਂ ਨਾਲ। ਪਾਣੀ ਛੱਡਣਾ, ਝਟਕੇ ਨਾਲ ਪਾਣੀ ਲਾਉਣਾ। ਕੇਸੀ ਇਸ਼ਨਾਨ ਕਰਨਾ, ਸਿਰ ਧੋ ਕੇ ਨਹਾਉਣਾ। ਗੁਰੇਜ਼ ਕਰਨਾ, ਪਰਹੇਜ਼ ਕਰਨਾ। ਡਿੰਗ ਭਰਨਾ, ਕਦਮ ਪੁੱਟਣਾ। ਟਿਕ ਟਿਕੀ ਲਾ ਕੇ ਵੇਖਣਾ, ਧਿਆਨ ਲਾ ਕੇ ਵੇਖਣਾ। ਆਨੰਦ ਮਜ਼ਾ। ਕੋਸਣਾ ਖਿਜਣਾ। ਠੁੰਗਣਾ ਚੁੰਝ ਮਾਰਨਾ। ਲਾਚਾਰ ਮਤਲਬ ਕਿ ਮਜਬੂਰ ਜਾਂ ਬੇਵਸ। ਸਾਹ ਸੱਤ ਨਾ ਹੋਣਾ, ਜਾਨ ਨਾ ਹੋਣਾ ਜਾਂ ਮਰੇ ਹੋਏ ਹੋਣਾ। ਪਹੁੰਚੇ ਪੰਛੀਆਂ ਦੇ ਪੈਰ। ਅੜਾਈ ਫਸਾ ਕੇ। ਹਿੰਮਤ ਤਾਕਤ। ਅਹਿਸਾਸ ਹੋਣਾ, ਮਹਿਸੂਸ ਹੋਣਾ ਜਾਂ ਜਾਪਣਾ। ਤਾਕ ਵਿੱਚ, ਉਡੀਕ ਵਿੱਚ। ਪਿੰਡਾ ਸਰੀਰ। ਤਿਹਾਕੜੇ ਪਿਆਸੇ। ਡੰਗਰ ਪਸ਼ੂ। ਤਲੀ ਹਥੇਲੀ। ਸਮਰੱਥ ਹੋਣਾ, ਯੋਗ ਹੋਣਾ ਜਾਂ ਕਾਬਲ ਹੋਣਾ। ਹੁਣ ਬੇਟਾ ਆਪਾਂ ਇਸ ਪਾਠ ਦਾ ਸਾਰ ਕਰਾਂਗੇ। ਇਸ ਕਹਾਣੀ ਵਿੱਚ ਲੇਖਕ ਨੇ ਕਾਵਾਂ, ਚਿੜੀਆਂ, ਤੋਤਿਆਂ ਆਦਿ ਪੰਛੀਆਂ ਦੇ ਫਸਲਾਂ ਨੂੰ ਨੁਕਸਾਨ ਪਹੁੰਚਾਉਣ ਅਤੇ ਨੁਕਸਾਨ ਤੋਂ ਬਚਣ ਲਈ ਕਿਸਾਨਾਂ ਦੁਆਰਾ ਫਸਲਾਂ ਦੀ ਰਾਖੀ ਕਰਨ ਦਾ ਜ਼ਿਕਰ ਕੀਤਾ ਹੈ। ਨਾਲ ਹੀ ਲੇਖਕ ਨੇ ਪੰਛੀਆਂ ਪ੍ਰਤੀ ਸਨੇਹ ਅਤੇ ਪਿਆਰ ਦਾ ਵੀ ਜ਼ਿਕਰ ਕੀਤਾ ਹੈ। ਉਹ ਦੱਸਦਾ ਹੈ ਕਿ ਜੇ ਮਨੁੱਖਾਂ ਨੂੰ ਭੁੱਖ ਪਿਆਸ ਲੱਗਦੀ ਹੈ ਤਾਂ ਪੰਛੀਆਂ ਨੂੰ ਵੀ ਭੁੱਖ ਪਿਆਸ ਲੱਗਦੀ ਹੈ। ਉਹਨਾਂ ਅੰਦਰ ਵੀ ਜਾਨ ਪ੍ਰਾਣ ਹਨ। ਚੋਗੇ ਦੇ ਸਹਾਰੇ ਹੀ ਉਹ ਜ਼ਿੰਦਗੀ ਜਿਉਂਦੇ ਹਨ, ਉਹ ਵੀ ਜ਼ਿੰਦਗੀ ਜਿਉਂਦੇ ਹਨ। ਇਹ ਚੋਗਾ ਉਹਨਾਂ ਨੂੰ ਫਸਲਾਂ ਤੋਂ ਹੀ ਪ੍ਰਾਪਤ ਹੁੰਦਾ ਹੈ। ਭਾਵੇਂ ਉਹ ਫਸਲਾਂ ਦੇ ਨੁਕਸਾਨ ਕਰਦੇ ਚੰਗੇ ਨਹੀਂ ਲੱਗਦੇ, ਫਿਰ ਵੀ ਜਦੋਂ ਖੁਰਾਕ ਦੀ ਕਮੀ ਕਾਰਨ ਉਹ ਮਰਨ ਲੱਗਦੇ ਹਨ ਤਾਂ ਮਨੁੱਖਾਂ ਕੋਲੋਂ ਉਹਨਾਂ ਦੀ ਤਕਲੀਫ ਝੱਲਣੀ ਔਖੀ ਹੋ ਜਾਂਦੀ ਹੈ। ਇਸ ਪੈਰੇ ਵਿੱਚ ਕੀ ਦੱਸਿਆ ਗਿਆ ਕਿ ਫਸਲਾਂ ਦੇ ਨੁਕਸਾਨ ਬਾਰੇ, ਕਿ ਜਿਹੜੇ ਪੰਛੀ ਨੇ ਉਹ ਫਸਲਾਂ ਦਾ ਨੁਕਸਾਨ ਕਰਦੇ ਨੇ ਅਤੇ ਜਿਹੜੇ ਕਿਸਾਨ ਨੇ ਉਹ ਫਸਲਾਂ ਦੇ ਨੁਕਸਾਨ ਤੋਂ ਬਚਾਉਣ ਲਈ ਫਸਲਾਂ ਦੀ ਰਾਖੀ ਕਰਦੇ ਨੇ ਪੰਛੀਆਂ ਤੋਂ। ਦੱਸਿਆ ਜਾਂਦਾ, ਲੇਖ ਦੱਸਦਾ ਹੈ ਕਿ ਉਸ ਦਾ ਪੰਛੀਆਂ ਪ੍ਰਤੀ ਪਿਆਰ ਵੀ ਬਹੁਤ ਹੈ। ਪਿਆਰ ਦਾ ਵੀ ਜ਼ਿਕਰ ਕੀਤਾ ਗਿਆ। ਦੱਸਿਆ ਗਿਆ ਹੈ ਕਿ ਜੇਕਰ ਮਨੁੱਖ ਨੂੰ ਭੁੱਖ ਪਿਆਸ ਲੱਗਦੀ ਹੈ ਤਾਂ ਉਸੇ ਤਰ੍ਹਾਂ ਪੰਛੀਆਂ ਨੂੰ ਵੀ ਭੁੱਖ ਪਿਆਸ ਲੱਗਦੀ ਹੈ। ਜਿਸ ਤਰ੍ਹਾਂ ਮਨੁੱਖ ਵਿੱਚ ਜਾਨ ਹੁੰਦੀ ਹੈ ਉਸੇ ਤਰ੍ਹਾਂ ਪੰਛੀਆਂ ਵਿੱਚ ਵੀ ਜਾਨ ਹੁੰਦੀ ਹੈ। ਪੰਛੀ ਕੀ ਨੇ, ਚੋਗੇ ਦੇ ਸਹਾਰੇ ਆਪਣਾ ਜੀਵਨ ਬਤੀਤ ਕਰਦੇ ਨੇ। ਇਹ ਚੋਗਾ ਉਹਨੂੰ ਫਸਲਾਂ ਤੋਂ ਹੀ ਪ੍ਰਾਪਤ ਹੁੰਦਾ ਹੈ। ਭਾਵੇਂ ਜਿਹੜਾ ਕਿਸਾਨ ਹੈ ਫਸਲਾਂ ਦੇ ਨੁਕਸਾਨ ਹੁੰਦੇ ਨਹੀਂ ਦੇਖ ਸਕਦਾ, ਪਰ ਫਿਰ ਵੀ ਜਦੋਂ ਪੰਛੀਆਂ ਨੂੰ ਖੁਰਾਕ ਦੀ ਕਮੀ ਕਾਰਨ ਮਰਦੇ ਦੇਖਦਾ ਹੈ ਤਾਂ ਉਸ ਨੂੰ ਇਹ ਤਕਲੀਫ ਝੱਲਣੀ ਔਖੀ ਹੋ ਜਾਂਦੀ ਹੈ। ਇਹ ਤਕਲੀਫ ਮਨੁੱਖ ਦੇ ਹੱਦ ਵੱਸੋਂ ਬਾਹਰ ਹੋ ਜਾਂਦੀ ਜਦੋਂ ਪੰਛੀਆਂ ਨੂੰ ਮਰਦੇ ਹੋਏ ਦੇਖਦਾ ਹੈ। ਤਾਂ ਇਸ ਕਹਾਣੀ ਵਿੱਚ ਲੇਖ ਦੱਸਦਾ ਹੈ ਕਿ ਜਦੋਂ ਇੱਕ ਵਾਰ ਮੀਂਹ ਦੇ ਲਗਾਤਾਰ ਪੈਣ ਕਾਰਨ ਚਾਰੇ ਪਾਸੇ ਪਾਣੀ ਹੀ ਪਾਣੀ ਹੋ ਗਿਆ ਤਾਂ ਕਿਸਾਨਾਂ ਨੂੰ ਆਪਣੀ ਫਸਲਾਂ ਦੀ ਰਾਖੀ ਕਰਨੀ ਔਖੀ ਹੋ ਗਈ। ਉਸ ਵੇਲੇ ਮੱਕੀ ਦੀਆਂ ਛੱਲੀਆਂ ਨੂੰ ਦਾਣਾ ਪੈ ਰਿਹਾ ਸੀ। ਰੁੱਖਾਂ ਤੋਂ ਕਾਂ, ਤੋਤੇ ਤੇ ਹੋਰ ਪੰਛੀ ਛੱਲੀਆਂ ਦੇ ਦਾਣੇ ਖਾਣ ਦੇ ਇਰਾਦੇ ਨਾਲ ਆਉਂਦੇ ਤੇ ਛੱਲੀਆਂ ਦਾ ਖੂਬ ਨੁਕਸਾਨ ਕਰਦੇ। ਪੰਛੀਆਂ ਨੂੰ ਉਡਾਉਣ ਲਈ ਲੇਖ ਤੇ ਉਸਦਾ ਤਾਇਆ ਸਾਰਾ ਦਿਨ ਉੱਚੀ ਉੱਚੀ ਆਵਾਜ਼ਾਂ ਕੱਢ ਕੇ ਉਹਨਾਂ ਨੂੰ ਡਰਾਉਂਦੇ, ਪਰ ਫਿਰ ਵੀ ਪੰਛੀ ਅੱਖ ਦੇ ਫੇਰ ਵਿੱਚ ਛੱਲੀਆਂ ਨੂੰ ਆ ਪੈਂਦੇ। ਆਖਰ ਉਹਨਾਂ ਨੇ ਮੱਕੀ ਦੇ ਖੇਤ ਵਿੱਚ 4 ਬੱਲੀਆਂ ਕੱਢ ਕੇ ਉੱਪਰ ਇੱਕ ਮੰਜਾ ਟਿਕਾ ਦਿੱਤਾ। ਇਹ ਇੱਕ ਕਿਸਮ ਦਾ ਮਣਾ ਜਿਹਾ ਬਣ ਗਿਆ ਜਿਸ ਤੇ ਆਰਾਮ ਨਾਲ ਬੈਠਿਆ ਜਾ ਸਕਦਾ ਸੀ। ਲੇਖ ਦਾ ਤਾਇਆ ਮੀਂਹ ਵਿੱਚ ਬੋਰੀ ਦੀ ਬੁੱਕਲ ਮਾਰ ਕੇ ਪੀਪਾ ਖੜਕਾਈ ਜਾਂਦਾ ਤੇ ਹੱਲਾ ਕਰੀ ਜਾਂਦਾ। ਇਸ ਪੈਰੇ ਵਿੱਚ ਕੀ ਦੱਸਿਆ ਗਿਆ ਕਿ ਇੱਕ ਵਾਰੀ ਬਹੁਤ ਜ਼ਿਆਦਾ ਮੀਂਹ ਪੈਂਦਾ ਹੈ। ਉਸ ਸਮੇਂ ਛੱਲੀਆਂ ਨੂੰ ਦਾਣੇ ਪੈ ਰਹੇ ਹੁੰਦੇ ਨੇ ਤੇ ਜਿਹੜੇ ਪੰਛੀ ਨੇ, ਕਾਂ ਤੋਤੇ ਆ ਕੇ ਦਾਣੇ ਖਾਣ ਆਉਂਦੇ ਨੇ। ਜ਼ਿਆਦਾ ਮੀਂਹ ਹੋਣ ਕਰਕੇ
ਜਿਹੜਾ ਜ਼ਿਆਦਾ ਪਾਣੀ ਹੋਣ ਕਰਕੇ ਫਸਲਾਂ ਦੀ ਰਾਖੀ ਕਰਨੀ ਵੀ ਔਖੀ ਹੋ ਜਾਂਦੀ ਸੀ। ਅਤੇ ਜਿਹੜੇ ਲੇਕ ਅਤੇ ਤਾਇਆ ਹੈ, ਲੇਕ ਅਤੇ ਉਸਦਾ ਤਾਇਆ, ਇਹ ਦੋਨੋਂ ਉੱਚੀ ਉੱਚੀ ਆਵਾਜ਼ 'ਚ ਪੰਛੀਆਂ ਨੂੰ ਡਰਾਉਂਦੇ ਨੇ ਅਤੇ ਪੰਛੀ ਇਹਨਾਂ ਦੀ ਆਵਾਜ਼ ਸੁਣ ਕੇ ਉੱਡ ਜਾਂਦੇ ਨੇ, ਪਰ ਫਿਰ ਵੀ ਉਹ ਅੱਖ ਦੇ ਫਿਰ ਨਾਲ ਦੁਬਾਰਾ ਫਿਰ ਦਾਣੇ ਖਾਣ ਆ ਜਾਂਦੇ ਨੇ। ਅਖੀਰ ਵਿੱਚ ਲੇਕ ਅਤੇ ਉਸਦਾ ਤਾਇਆ ਮੱਕੀ ਦੇ ਖੇਤ ਵਿੱਚ 4 ਬੱਲੀਆਂ ਗੱਡ ਕੇ ਉੱਤੇ ਇੱਕ ਮੰਜਾ ਟਿਕਾ ਦਿੰਦੇ ਨੇ, ਜਿਸ ਨੂੰ ਇੱਕ ਮਣਾ ਕਿਹਾ ਜਾਂਦਾ ਹੈ, ਜਿਸ ਉੱਤੇ ਲੇਕ ਦਾ ਤਾਇਆ ਆਰਾਮ ਨਾਲ ਬੈਠ ਜਾਂਦਾ ਸੀ, ਮੀਂਹ ਵਿੱਚ ਬੋਰੀ ਦੀ ਬੁੱਕਲ ਮਾਰ ਕੇ ਬੈਠ ਕੇ ਪੀਪਾ ਖੜਕਾ ਕੇ ਪੰਛੀਆਂ ਨੂੰ ਉਡਾਉਂਦਾ ਸੀ। ਇੱਕ ਦਿਨ ਸਵੇਰ ਤੋਂ ਹੀ ਮੀਂਹ ਪੈ ਰਿਹਾ ਸੀ। ਲੇਕ ਅਤੇ ਉਸਦਾ ਤਾਇਆ ਦੋਵੇਂ ਮੀਂਹ ਨਾਲ ਚੰਗੀ ਤਰ੍ਹਾਂ ਭਿੱਜੇ ਹੋਏ ਸਨ। ਤਾਏ ਨੇ ਲੇਕ ਨੂੰ ਘਰੋਂ ਚਾਹ ਬਣਾ ਕੇ ਲਿਆਉਣ ਲਈ ਕਿਹਾ। ਤਾਏ ਦੀ ਗੱਲ ਮੰਨ ਕੇ ਲੇਕ ਘਰੋਂ ਚਾਹ ਤੇ ਗੁਲਗੁਲੇ ਲੈ ਕੇ ਖੇਤ ਨੂੰ ਮੁੜ ਪਿਆ। ਉਸਨੇ ਧਰਤੀ ਤੇ ਰੀਂਗ ਰਹੇ ਗੰਡੋਏ ਵੇਖੇ। ਜਦੋਂ ਖੇਤ ਦੀ ਵੱਟ ਤੋਂ ਲੰਘ ਰਿਹਾ ਸੀ ਤਾਂ ਉਸਦਾ ਪੈਰ ਵੱਟ ਤੇ ਪਏ ਇੱਕ ਸੱਪ ਤੇ ਜਾ ਟਿਕਿਆ, ਪਰੰਤੂ ਸੱਪ ਨੇ ਲੇਕ ਨੂੰ ਕੁਝ ਨਾ ਕਿਹਾ, ਇਸ ਕਰਕੇ ਉਸਨੇ ਸੱਪ ਨੂੰ ਵੀ ਨਾ ਮਾਰਿਆ। ਲੇਕ ਮਣੇ ਵੱਲ ਨੂੰ ਹੋ ਤੁਰਿਆ। ਉਸਨੇ ਚਾਹ ਦੀ ਕੇਤਲੀ ਤੇ ਗੁਲਗੁਲੇ ਤਾਏ ਨੂੰ ਫੜਾ ਦਿੱਤੇ। ਦੱਸਿਆ ਗਿਆ ਕਿ ਇੱਕ ਸਵੇਰ ਬਹੁਤ ਮੀਂਹ ਪੈ ਰਿਹਾ ਸੀ ਤੇ ਲੇਕ ਦਾ ਤਾਇਆ ਲੇਕ ਨੂੰ ਘਰੋਂ ਚਾਹ ਲੈ ਕੇ ਆਉਣ ਲਈ ਕਹਿੰਦਾ। ਲੇਖਕ ਘਰੋਂ ਚਾਹ ਤੇ ਗੁਲਗੁਲੇ ਲੈ ਕੇ ਵਾਪਸ ਖੇਤ ਨੂੰ ਮੁੜਦਾ ਤਾਂ ਰਸਤੇ ਵਿੱਚ ਕਹਿੰਦੇ ਉਹਨੂੰ ਬਹੁਤ ਸਾਰੇ ਗੰਡੋਏ ਦਿਖਦੇ ਨੇ ਤੇ ਇੱਕ ਵੱਟ ਤੋਂ ਉਸਦਾ ਪੈਰ ਤਿਲਕ ਜਾਂਦਾ ਹੈ ਤੇ ਜਿਹੜਾ ਜਾ ਕੇ ਸੱਪ ਤੇ ਟਿਕਦਾ ਹੈ, ਪਰੰਤੂ ਸੱਪ ਲੇਕ ਨੂੰ ਕੁਝ ਨਹੀਂ ਕਹਿੰਦਾ ਤੇ ਨਾ ਹੀ ਲੇਕ ਸੱਪ ਨੂੰ ਕੁਝ ਕਹਿੰਦਾ ਹੈ। ਤੇ ਫਿਰ ਲੇਕ ਆਪਣੇ ਤਾਏ ਨੂੰ ਚਾਹ ਦੀ ਕੇਤਲੀ ਤੇ ਗੁਲਗੁਲੇ ਫੜਾ ਦਿੰਦਾ ਹੈ। ਲੇਕ ਨੇ ਦੇਖਿਆ ਕਿ ਇੱਕ ਭੁੱਖ ਨਾਲ ਲਾਚਾਰ ਕਾਂ ਸਾਹ ਸੱਤਹੀਨ ਹੋ ਕੇ ਡਿੱਗ ਪਿਆ। ਲੇਕ ਦੇ ਰੌਲਾ ਪਾਉਣ ਤੇ ਵੀ ਉਹ ਉੱਡ ਨਾ ਸਕਿਆ। ਉਹ ਨਾ ਉੱਡਿਆ ਤਾਂ ਉਸਨੇ ਨੇੜੇ ਜਾ ਕੇ ਉਹ ਉਸਦੇ ਨੇੜੇ ਚਲਾ ਗਿਆ। ਲੇਕ ਨੇ ਕਾਂ ਨੂੰ ਕੁਝ ਨਾ ਕਿਹਾ, ਕਿਉਂਕਿ ਕਾਂ ਨੇ ਤਾਂ ਨਾ ਛੱਲੀ ਠੁੰਗੀ ਸੀ ਤੇ ਨਾ ਉਸਦਾ ਚੋਰ ਸੀ। ਤਾਇਆ ਭਾਵੇਂ ਕਿੰਨੇ ਦਿਨਾਂ ਤੋਂ ਕਿਸੇ ਕਾਂ ਨੂੰ ਮਾਰਨ ਦੀ ਤਾਕ ਵਿੱਚ ਸੀ, ਪਰ ਲੇਕ ਨੇ ਤਾਏ ਤੋਂ ਅੱਖ ਬਚਾ ਕੇ ਇੱਕ ਛੱਲੀ ਭੰਨੀ ਤੇ ਉਸਦੇ ਦਾਣੇ ਭੋਰ ਕੇ ਹਥੇਲੀ ਤੇ ਰੱਖ ਕੇ ਕਾਂ ਨੂੰ ਖਵਾਉਣ ਲੱਗਾ। ਇਸ ਤਰ੍ਹਾਂ ਲੇਕ ਕਾਂ ਨੂੰ ਦਾਣੇ ਖਵਾਉਂਦਾ ਰਿਹਾ। ਜਦੋਂ ਕਾਂ ਦੀ ਭੁੱਖ ਮਿਟ ਗਈ ਤੇ ਉਹ ਉੱਡਣ ਦੇ ਯੋਗ ਹੋ ਗਿਆ ਤਾਂ ਆਪਣੇ ਰੁੱਖ ਵੱਲ ਉਡਾਰੀ ਮਾਰ ਗਿਆ। ਇਸ ਤਰ੍ਹਾਂ ਲੇਕ ਨੇ ਇਹ ਸਾਬਤ ਕਰ ਦਿੱਤਾ ਕਿ ਮਨੁੱਖਾਂ ਵਾਂਗ ਪੰਛੀ ਵੀ ਖੁਰਾਕ ਦੇ ਸਹਾਰੇ ਹੀ ਜਿਉਂਦੇ ਹਨ। ਇਸ ਕਰਕੇ ਸਾਨੂੰ ਪੰਛੀਆਂ ਦੀ ਮਦਦ ਕਰਨੀ ਚਾਹੀਦੀ ਹੈ। ਇਸ ਪੈਰੇ ਵਿੱਚ ਦੱਸਿਆ ਗਿਆ ਕਿ ਇੱਕ ਵਾਰ ਜਿਹੜਾ ਇੱਕ ਕਾਂ ਸੀ, ਭੁੱਖ ਦਾ ਮਾਰਿਆ ਹੋਇਆ ਡਿੱਗ ਪੈਂਦਾ ਹੈ। ਲੇਕ ਉਸ ਨੂੰ ਰੌਲਾ ਪਾ ਕੇ ਉਡਾਉਣ ਦੀ ਕੋਸ਼ਿਸ਼ ਕਰਦਾ, ਪਰ ਉਹ ਇੰਨਾ ਕਮਜ਼ੋਰ ਹੋ ਜਾਂਦਾ ਕਿ ਉੱਡ ਨਹੀਂ ਸਕਦਾ। ਫਿਰ ਲੇਕ ਕੀ ਕਰਦਾ, ਆਪਣੇ ਤਾਏ ਤੋਂ ਚੋਰੀ ਇੱਕ ਛੱਲੀ ਭੰਨ ਕੇ ਉਸਦੇ ਦਾਣੇ ਆਪਣੀ ਹਥੇਲੀ ਤੇ ਰੱਖ ਕੇ ਕਾਂ ਨੂੰ ਖਵਾਉਂਦਾ ਹੈ। ਜਦੋਂ ਕਾਂ ਦੀ ਭੁੱਖ ਮਿਟ ਜਾਂਦੀ ਹੈ, ਰੱਜ ਜਾਂਦਾ ਹੈ, ਤਾਂ ਉਹ ਉਡਾਰੀ ਮਾਰ ਜਾਂਦਾ ਤੇ ਆਪਣੇ ਰੁੱਖ ਵੱਲ ਚਲਾ ਜਾਂਦਾ ਹੈ। ਇਸ ਤਰ੍ਹਾਂ ਲੇਕ ਨੇ ਸਾਬਤ ਕੀਤਾ ਹੈ ਕਿ ਮਨੁੱਖਾਂ ਵਾਂਗ ਪੰਛੀ ਵੀ ਖੁਰਾਕ ਦੇ ਸਹਾਰੇ ਹੀ ਜਿਉਂਦੇ ਨੇ। ਜਿਸ ਤਰ੍ਹਾਂ ਮਨੁੱਖਾਂ ਨੂੰ ਖੁਰਾਕ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਪੰਛੀਆਂ ਨੂੰ ਵੀ ਖੁਰਾਕ ਦੀ ਜ਼ਰੂਰਤ ਹੁੰਦੀ ਹੈ। ਇਸ ਕਰਕੇ ਸਾਨੂੰ ਪੰਛੀਆਂ ਦੀ ਮਦਦ ਕਰਨੀ ਚਾਹੀਦੀ ਹੈ। ਇਹ ਸੀ ਬੇਟਾ ਇਸ ਪਾਠ ਦਾ ਸਾਰ। ਹੁਣ ਆਪਾਂ ਇਸ ਪਾਠ ਦੇ ਪ੍ਰਸ਼ਨ ਉੱਤਰ ਕਰਦੇ ਹਾਂ। ਪ੍ਰਸ਼ਨ ਨੰਬਰ 1, ਝੜੀ ਕਿਹੜੇ ਮਹੀਨੇ ਲੱਗੀ ਸੀ ਤੇ ਉਸਦਾ ਆਮ ਜਨ ਜੀਵਨ ਤੇ ਕੀ ਪ੍ਰਭਾਵ ਪਿਆ? ਉੱਤਰ, ਝੜੀ ਭਾਦੋਂ ਦੇ ਮਹੀਨੇ ਵਿੱਚ ਲੱਗੀ ਸੀ। ਉਸਦਾ ਆਮ ਜਨ ਜੀਵਨ ਤੇ ਬਹੁਤ ਮਾੜਾ ਪ੍ਰਭਾਵ ਪਿਆ। ਸਾਰੇ ਪਾਸੇ ਪਾਣੀ ਹੀ ਪਾਣੀ ਹੋਣ ਕਰਕੇ ਕਿਸਾਨਾਂ ਨੂੰ ਆਪਣੀਆਂ ਫਸਲਾਂ ਦੀ ਰਾਖੀ ਕਰਨੀ ਅਤੇ ਪਸ਼ੂਆਂ ਲਈ ਚਾਰਾ ਲਿਆਉਣਾ ਔਖਾ ਹੋ ਗਿਆ। ਪ੍ਰਸ਼ਨ ਨੰਬਰ 2, ਮਣਾ ਕਿਸ ਨੂੰ ਕਹਿੰਦੇ ਹਨ? ਮਣਾ ਖੇਤ ਵਿੱਚ ਬਣਾਇਆ ਇੱਕ ਕਿਸਮ ਦਾ ਚਬੂਤਰਾ ਜਿਹਾ ਹੁੰਦਾ ਹੈ, ਜਿਸ ਤੇ ਬੈਠ ਕੇ ਕਿਸਾਨ ਪੰਛੀਆਂ ਤੋਂ ਆਪਣੀਆਂ ਫਸਲਾਂ ਦੀ ਰਾਖੀ ਕਰਦੇ ਹਨ। ਅਸਲ ਵਿੱਚ ਇਸ ਦੀ ਲੋੜ ਮੀਂਹ ਕਣੀ ਵਿੱਚ ਪੈਂਦੀ ਹੈ। ਜਦੋਂ ਸਭ ਪਾਸੇ ਪਾਣੀ ਹੀ ਪਾਣੀ ਹੋ ਜਾਂਦਾ ਹੈ ਤੇ ਕਿਸਾਨ 4 ਬੱਲੀਆਂ ਖੇਤ ਵਿੱਚ ਗੱਡ ਕੇ ਉਸ ਦੇ ਉੱਪਰ ਇੱਕ ਮੰਜਾ ਟਿਕਾ ਦਿੰਦੇ ਹਨ। ਉਹ ਇਸ ਮਣੇ ਤੇ ਬੈਠ ਕੇ ਪੰਛੀਆਂ ਨੂੰ ਉਡਾਉਂਦੇ ਹਨ ਤੇ ਖੇਤਾਂ ਦੀ ਰਖਵਾਲੀ ਕਰਦੇ ਹਨ। ਮਣਾ ਕਿਸ ਨੂੰ ਕਹਿੰਦੇ ਨੇ? ਇੱਕ ਕਿਸਮ ਦਾ ਚਬੂਤਰਾ ਜਿਹਾ ਹੁੰਦਾ ਹੈ, ਜਿਸ ਤੇ ਬੈਠ ਕੇ ਕਿਸਾਨ ਪੰਛੀਆਂ ਤੋਂ ਆਪਣੀ ਫਸਲਾਂ ਦੀ ਰਖਵਾਲੀ ਕਰਦੇ ਨੇ। ਇਹ ਲੋੜ ਪੈਣ ਤੇ ਇਸ ਦੀ ਲੋੜ ਕਹਿੰਦੇ ਮੀਂਹ ਕਣੀ ਵਿੱਚ ਪੈਂਦੀ ਹੈ। ਜਦੋਂ 4 ਚੁਫੇਰੇ ਪਾਣੀ ਹੁੰਦਾ ਹੈ ਤਾਂ ਉੱਚੇ ਬੈਠ ਕੇ ਪੰਛੀਆਂ ਨੂੰ ਉਡਾ ਸਕਦੇ ਨੇ। 4 ਬੱਲੀਆਂ ਖੇਤ ਵਿੱਚ ਗੱਡ ਕੇ ਉਸ ਉੱਤੇ ਇੱਕ ਮੰਜਾ ਟਿਕਾ ਦਿੱਤਾ ਜਾਂਦਾ ਹੈ, ਜਿਸ ਉੱਤੇ ਬੈਠ ਕੇ ਪੰਛੀਆਂ ਨੂੰ ਉਡਾਇਆ ਜਾਂਦਾ ਹੈ ਤੇ ਖੇਤਾਂ ਦੀ ਰਖਵਾਲੀ ਕੀਤੀ ਜਾਂਦੀ ਹੈ। ਪ੍ਰਸ਼ਨ ਨੰਬਰ 3, ਪੰਛੀਆਂ ਨੂੰ ਚੋਗਾ ਕਿਉਂ ਨਹੀਂ ਸੀ ਮਿਲ ਰਿਹਾ? ਪੰਛੀਆਂ ਨੂੰ ਮੀਂਹ ਪੈਣ ਕਾਰਨ ਚੋਗਾ ਨਹੀਂ ਸੀ ਮਿਲ ਰਿਹਾ। ਦੂਸਰਾ, ਖੇਤਾਂ ਦੇ ਰਖਵਾਲੇ ਲੇਖਕ ਅਤੇ ਉਸ ਦਾ ਤਾਇਆ ਪੰਛੀਆਂ ਨੂੰ ਸਾਰਾ ਦਿਨ ਉਡਾ ਕੇ ਛੱਲੀਆਂ ਦੀ ਰਾਖੀ ਕਰਦੇ ਰਹਿੰਦੇ, ਇਸ ਕਰਕੇ ਪੰਛੀਆਂ ਨੂੰ ਚੋਗਾ ਨਹੀਂ ਸੀ ਮਿਲ ਰਿਹਾ। ਕੀ ਦੱਸਿਆ ਗਿਆ ਇਸ ਵਿੱਚ? ਕਿ ਪੰਛੀਆਂ ਨੂੰ ਮੀਂਹ ਪੈਣ ਕਰਕੇ ਚੋਗਾ ਨਹੀਂ ਸੀ ਮਿਲਦਾ। ਇੱਕ ਤਾਂ ਰਖਵਾਲੇ ਸੀ ਖੇਤ ਵਿੱਚ, ਲੇਖਕ ਸੀ ਉਸ ਦਾ ਤਾਇਆ, ਸਾਰਾ ਦਿਨ ਪੰਛੀਆਂ ਤੋਂ ਖੇਤਾਂ ਦੀ ਰਖਵਾਲੀ ਕਰਦੇ ਰਹਿੰਦੇ ਸੀ, ਛੱਲੀਆਂ ਦੀ, ਜਿਸ ਕਰਕੇ ਪੰਛੀਆਂ ਨੂੰ ਚੋਗਾ ਮਿਲਣਾ ਔਖਾ ਹੋ ਗਿਆ। ਪ੍ਰਸ਼ਨ ਨੰਬਰ 4, ਕਾਂ ਛੱਲੀ ਕਿਉਂ ਨਹੀਂ ਸੀ ਠੁੰਗ ਸਕਿਆ?
ਕਾਂ ਛੱਲੀ ਇਸ ਕਰਕੇ ਨਹੀਂ ਸੀ ਠੁੰਗ ਸਕਿਆ ਕਿਉਂਕਿ ਭੁੱਖ ਨਾਲ ਉਸ ਨੂੰ ਕਾਫੀ ਕਮਜ਼ੋਰੀ ਆ ਚੁੱਕੀ ਸੀ ਅਤੇ ਉਹ ਸਾਹ ਸੱਤਹੀਣ ਹੋਇਆ ਛੱਲੀ ਉੱਤੇ ਆ ਡਿੱਗਿਆ। ਉਸ ਵੇਲੇ ਛੱਲੀ ਨੂੰ ਠੁੰਗਣ ਦੀ ਹਿੰਮਤ ਹੀ ਨਹੀਂ ਸੀ। ਇਸ ਕਰਕੇ ਜਦੋਂ ਲੇਕ ਉਸ ਦੇ ਨੇੜੇ ਗਿਆ ਤਾਂ ਨਾ ਕਾਂ ਉੱਥੋਂ ਉੱਡਿਆ ਤੇ ਨਾ ਹੀ ਡਰਿਆ, ਕਿਉਂਕਿ ਕਾਂ ਨੂੰ ਭੁੱਖ ਨਾਲ ਕਮਜ਼ੋਰੀ ਇੰਨੀ ਆ ਚੁੱਕੀ ਸੀ ਕਿ ਉਹ ਨਾ ਉੱਡ ਸਕਦਾ ਸੀ। ਕੁਛ ਖਾਧਾ ਨਹੀਂ ਸੀ, ਖੁਰਾਕ ਤੋਂ ਬਿਨਾਂ ਉਸ ਨੂੰ ਜ਼ਿਆਦਾ ਕਮਜ਼ੋਰੀ ਆ ਗਈ ਸੀ, ਜਿਸ ਕਰਕੇ ਉਹ ਛੱਲੀ ਦੇ ਉੱਤੇ ਡਿੱਗ ਪੈਂਦਾ ਹੈ। ਜਦੋਂ ਲੇਕ ਕਾਂ ਦੇ ਕੋਲ ਜਾਂਦਾ ਤਾਂ ਉਹ ਨਾ ਡਰਦਾ ਤੇ ਨਾ ਹੀ ਉੱਡਦਾ। ਪ੍ਰਸ਼ਨ ਨੰਬਰ 5, ਰਾਖੇ ਨੇ ਕਾਂ ਨਾਲ ਕੀ ਵਿਹਾਰ ਕੀਤਾ? ਛੱਲੀਆਂ ਦੇ ਰਾਖੇ ਨੇ ਕਾਂ ਤੇ ਦਇਆ ਵਿਖਾਉਂਦਿਆਂ ਉਸ ਨੂੰ ਕੁਝ ਨਾ ਕਿਹਾ। ਉਸ ਨੇ ਇੱਕ ਛੱਲੀ ਭੰਨ ਕੇ ਉਸ ਦੇ ਦਾਣੇ ਭੋਰ ਕੇ ਕਾਂ ਨੂੰ ਖਵਾਏ। ਜਦੋਂ ਕਾਂ ਦੀ ਭੁੱਖ ਮਿਟ ਗਈ ਤਾਂ ਉਹ ਉੱਡਣ ਦੇ ਯੋਗ ਹੋ ਗਿਆ ਤਾਂ ਉਹ ਆਪਣੇ ਰੁੱਖ ਵੱਲ ਉਡਾਰੀ ਮਾਰ ਗਿਆ। ਦੱਸਿਆ ਗਿਆ ਇਸ ਵਿੱਚ ਕਿ ਕਾਂ ਉੱਤੇ ਇੱਕ ਲੇਕ ਨੇ ਦਇਆ ਕੀਤੀ ਤੇ ਉਸ ਨੇ ਇੱਕ ਛੱਲੀ ਭੰਨ ਕੇ ਉਸ ਦੇ ਦਾਣੇ ਆਪਣੀ ਹਥੇਲੀ 'ਤੇ ਰੱਖ ਕੇ ਉਸ ਨੂੰ ਖਵਾਉਣੇ ਸ਼ੁਰੂ ਕੀਤੇ। ਜਦੋਂ ਕਾਂ ਰੱਜ ਗਿਆ, ਉਸ ਦੀ ਭੁੱਖ ਮਿਟ ਗਈ ਤਾਂ ਉੱਡਣ ਦੇ ਯੋਗ ਹੋ ਗਿਆ ਤੇ ਆਪਣੇ ਰੁੱਖ ਵੱਲ ਉਡਾਰੀ ਮਾਰ ਗਿਆ। ਪ੍ਰਸ਼ਨ ਨੰਬਰ 6, ਛੱਲੀਆਂ ਦੇ ਰਾਖੇ ਕੌਣ ਸਨ? ਉਹ ਫਸਲਾਂ ਦੀ ਰਾਖੀ ਕਿਵੇਂ ਕਰਦੇ ਸਨ? ਛੱਲੀਆਂ ਦੇ ਰਾਖੇ ਲੇਕ ਤੇ ਉਸ ਦਾ ਤਾਇਆ ਸਨ। ਉਹ ਸਾਰਾ ਦਿਨ ਰੌਲਾ ਪਾ ਕੇ ਕਾਵਾਂ ਨੂੰ ਉਡਾਉਂਦੇ ਰਹਿੰਦੇ। ਉਹ ਪੀਪਾ ਖੜਕਾ ਕੇ ਹੜਾਤ ਕਹਿ ਕੇ ਕਾਵਾਂ ਨੂੰ ਉਡਾਉਂਦੇ। ਮੀਂਹ ਕਣੀ ਦੇ ਮੌਸਮ ਵਿੱਚ ਜਦੋਂ ਚਾਰੇ ਸਭ ਪਾਸੇ ਪਾਣੀ ਹੀ ਪਾਣੀ ਭਰ ਜਾਂਦਾ, ਉਹ ਖੇਤਾਂ ਵਿੱਚ 4 ਬੱਲੀਆਂ ਗੱਡ ਕੇ ਉਹਨਾਂ ਉੱਪਰ ਇੱਕ ਮਣਾ ਜਿਹਾ ਬਣਾ ਲੈਂਦੇ ਤੇ ਉਸ 'ਤੇ ਬੈਠ ਕੇ ਪੰਛੀਆਂ ਨੂੰ ਉਡਾਉਂਦੇ। ਇਸ ਤਰ੍ਹਾਂ ਉਹ ਫਸਲਾਂ ਦੀ ਰਾਖੀ ਕਰਦੇ ਸਨ। ਇਸ ਵਿੱਚ ਦੱਸਿਆ ਗਿਆ ਕਿ ਛੱਲੀਆਂ ਦੇ ਰਾਖੇ ਲੇਕ ਤੇ ਉਸ ਦਾ ਤਾਇਆ ਸਨ। ਉਹ ਸਾਰਾ ਦਿਨ ਕਹਿੰਦੇ ਰੌਲਾ ਪਾ ਕੇ ਪੀਪਾ ਖੜਕਾ ਕੇ ਜਾਂ ਹੜਾਤ ਕਹਿ ਕੇ ਕਾਵਾਂ ਨੂੰ ਉਡਾਉਂਦੇ ਰਹਿੰਦੇ, ਪੰਛੀਆਂ ਨੂੰ ਉਡਾਉਂਦੇ ਰਹਿੰਦੇ। ਮੀਂਹ ਕਣੀ ਵਿੱਚ ਜਦੋਂ 4 ਚੁਫੇਰੇ ਪਾਣੀ ਭਰ ਜਾਂਦੇ ਸੀ ਤਾਂ ਉਹ 4 ਬੱਲੀਆਂ ਕੱਢ ਕੇ ਇੱਕ ਮਣਾ ਜਿਹਾ ਬਣਾ ਲੈਂਦੇ ਸੀ, ਜਿਹਦੇ ਉੱਤੇ ਇੱਕ ਮੰਜਾ ਰੱਖਿਆ ਜਾਂਦਾ ਸੀ, ਜਿਸ ਉੱਤੇ ਬੈਠ ਕੇ ਉਹ ਪੰਛੀਆਂ ਨੂੰ ਉਡਾਉਂਦੇ ਰਹਿੰਦੇ ਤੇ ਫਸਲਾਂ ਦੀ ਰਾਖੀ ਕਰਦੇ। ਇਹ ਸੀ ਬੇਟਾ ਆਪਣਾ ਛੱਲੀਆਂ ਦੇ ਰਾਖੇ ਪਾਠ ਦੇ ਅਸਾਰ ਤੇ ਪ੍ਰਸ਼ਨ ਉੱਤਰ। ਉਮੀਦ ਹੈ ਕਿ ਸਮਝ ਆਈ ਹੋਵੇਗੀ। ਇਹ ਬੇਟਾ ਤੁਸੀਂ ਆਪਣੀ ਫੇਅਰ ਨੋਟਬੁੱਕ 'ਤੇ ਨੋਟ ਕਰਨਾ ਹੈ ਤੇ WhatsApp 'ਤੇ ਮੈਨੂੰ ਸੈਂਡ ਕਰਕੇ ਚੈੱਕ ਕਰਵਾਉਣਾ ਹੈ। ਥੈਂਕ ਯੂ।